Hello, my name is Navjot Kaur and I have been teaching English from the last 7 years. ਕਾਫੀ ਸਾਰੇ ਬੱਚਿਆਂ ਦੇ ਮੈਸੇजेस ਆਉਂਦੇ ਹੁੰਦੇ ਸੀ ਕਿ ਮੈਮ ਸਾਨੂੰ ਰਾਈਟਿੰਗ ਦਾ ਸਟਰਕਚਰ ਦੱਸੋ, ਕਿੱਦਾਂ ਆਪਾਂ ਰਾਈਟਿੰਗ ਲਿਖ ਸਕਦੇ ਆ, ਕਿੱਦਾਂ ਸਾਨੂੰ ਲਿਖਣੀ ਚਾਹੀਦੀ ਹੈ। ਸਾਡੇ ਕੋਲ ਆਈਡੀਆਜ਼ ਤੇ ਬਹੁਤ ਸਾਰੇ ਹੁੰਦੇ ਆ, ਪਰ ਜਦੋਂ ਅਸੀਂ ਲਿਖਣ ਬੈਠਦੇ ਆ ਨਾ, ਸਾਡੇ ਦਿਮਾਗ ਦੇ ਵਿੱਚੋਂ ਆਈਡੀਆਜ਼ ਨਿਕਲ ਜਾਂਦੇ ਆ। ਸਾਨੂੰ ਪਤਾ ਨਹੀਂ ਲੱਗਦਾ ਕਿ ਇਹਨੂੰ ਸਟਰਕਚਰ ਵਾਈਜ਼ ਕਿੱਦਾਂ ਲਿਖਣਾ ਹੈ, ਕਿੱਦਾਂ ਥੀਸਿਸ ਲਾਈਨ ਬਣਾਉਣੀ ਹੈ, ਕਿੱਦਾਂ ਰੀਫਰੇਜ਼ ਕਰਨੀ ਹੈ ਸਟੇਟਮੈਂਟ ਦੀ, ਜੀ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਠੀਕ ਹੈ ਜੀ, ਇਸ ਵੀਡੀਓ ਦੇ ਵਿੱਚ ਆਪਾਂ ਸਭ ਕੁਝ ਡਿਸਕਸ ਕਰਾਂਗੇ। ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ। ਇੱਕ ਗੱਲ ਯਾਦ ਰੱਖਣੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਸਟੇਟਮੈਂਟ ਸਮਝ ਆਉਣੀ ਚਾਹੀਦੀ ਹੈ ਤੇ ਜਿੰਨੇ ਵੀ ਰਾਈਟਿੰਗ ਟਾਸਕ 2 ਦੇ ਟਾਈਪਸ ਆ ਉਹ ਤੁਹਾਨੂੰ ਕਲੀਅਰ ਹੋਣੇ ਚਾਹੀਦੇ। ਆਪਾਂ ਇੱਕ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਜਿੰਨੇ ਵੀ ਰਾਈਟਿੰਗ ਟਾਸਕ 2 ਦੇ ਟਾਈਪਸ ਆ ਤੇ ਕਿਸ ਵੇ ਦੇ ਨਾਲ ਉਹਨਾਂ ਨੂੰ ਕੀਤਾ ਜਾ ਸਕਦਾ ਹੈ ਉਹ ਆਪਾਂ ਅਪਲੋਡ ਕਰਾਂਗੇ। ਉਹ ਤੁਸੀਂ ਦੇਖ ਲਿਓ। ਉਹਦੇ ਨਾਲ ਹੋਊਗਾ ਕਿ ਤੁਹਾਡੀ ਇਹ ਚੀਜ਼ ਦੀ ਹੈਲਪ ਹੋ ਜਾਏਗੀ ਕਿ ਜਿੰਨੇ ਵੀ ਰਾਈਟਿੰਗ ਟਾਸਕ 2 ਆ ਉਹਦੇ ਸਟਰਕਚਰ ਤੇ ਕਿਸ ਤਰੀਕੇ ਨਾਲ ਉਹਨੂੰ ਲਿਖਣਾ ਹੈ ਉਹ ਤੁਹਾਨੂੰ ਪਤਾ ਲੱਗ ਜਾਏਗਾ। ਠੀਕ ਹੈ ਜੀ, ਹੁਣ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਰਾਈਟਿੰਗ ਟਾਸਕ 2 ਲਿਖਣਾ ਹੈ ਉਹਦੀ ਸਟੇਟਮੈਂਟ ਨੂੰ ਚੰਗੀ ਤਰੀਕੇ ਨਾਲ ਸਮਝਣਾ ਹੈ। ਕਾਫੀ ਸਾਰੇ ਬੱਚੇ ਇਹਨੂੰ ਆਊਟ ਆਫ ਟੌਪਿਕ ਲਿਖ ਦਿੰਦੇ ਆ। ਕਿਉਂ ਲਿਖ ਦਿੰਦੇ ਆ? ਕਿਉਂਕਿ ਸਟੇਟਮੈਂਟ ਨੂੰ ਚੰਗੀ ਤਰੀਕੇ ਨਾਲ ਸਮਝਦੇ ਨਹੀਂ ਆ। ਫਟਾਫਟ ਕਾਲੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦੇ ਆ, ਬਾਅਦ ਚ ਕਹਿੰਦੇ ਲੈ ਮੈਂ ਤਾਂ ਗਲਤ ਲਿਖਤਾ, ਲਿਖਣਾ ਤੇ ਇਹ ਸੀ। ਆਪਾਂ ਕੀ ਕਰਦੇ ਆ, ਕਾਲੀ ਕਰਦੇ ਤੇ ਕਾਲੀ ਦੇ ਵਿੱਚ ਆਪਾਂ ਆਪਣੀ ਰਾਈਟਿੰਗ ਖਰਾਬ ਕਰ ਦਿੰਦੇ। 5 ਮਿੰਟ ਪੜਨ ਤੇ ਨਹੀਂ ਲਾਉਂਦੇ, ਪਰ 40 ਮਿੰਟ ਆਪਾਂ ਵੇਸਟ ਕਰ ਦਿੰਦੇ ਆ। ਠੀਕ ਹੈ ਜੀ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਜਦੋਂ ਵੀ ਰਾਈਟਿੰਗ ਟਾਸਕ 2 ਲਿਖਣਾ ਹੈ ਸਟੇਟਮੈਂਟ ਨੂੰ ਚੰਗੀ ਤਰੀਕੇ ਨਾਲ ਆਰਾਮ ਨਾਲ ਪੜ੍ਹ ਲੈਣਾ ਹੈ। ਅਗਰ ਤੁਸੀਂ 5 ਮਿੰਟ ਰਾਈਟਿੰਗ ਟਾਸਕ 2 ਦੀ ਸਟੇਟਮੈਂਟ ਨੂੰ ਸਮਝਣ ਤੇ ਲਾ ਦਿੰਦੇ ਹੋ, ਕੋਈ ਚੱਕਰ ਨਹੀਂ ਆ। ਤੁਹਾਡੇ ਜਿਹੜੇ ਬਾਕੀ 35 ਮਿੰਟ ਆ ਸੇਫ ਆ, ਵਧੀਆ ਹੈ। ਕਿਉਂਕਿ ਜਦੋਂ ਇੱਕ ਵਾਰੀ ਰਾਈਟਿੰਗ ਟਾਸਕ 2 ਦੀ ਸਟੇਟਮੈਂਟ ਦੀ ਸਮਝ ਲੱਗ ਜਾਂਦੀ ਫਿਰ ਤੇ ਆਰਾਮ ਨਾਲ ਲਿਖ ਲਓਗੇ। ਤੇ ਜਦੋਂ ਤੁਹਾਨੂੰ ਰਾਈਟਿੰਗ ਟਾਸਕ 2 ਸਟੇਟਮੈਂਟ ਦੀ ਸਮਝ ਲੱਗ ਜਾਂਦੀ ਆਟੋਮੈਟਿਕਲੀ ਤੁਹਾਡੇ ਮਾਈਂਡ ਦੇ ਵਿੱਚ ਆਈਡੀਆਜ਼ ਆਉਣੇ ਸਟਾਰਟ ਹੋ ਜਾਂਦੇ। ਅੱਛਾ ਇਹ ਗੱਲ ਹੋ ਸਕਦੀ ਆ, ਇਹਦੀ ਇਹ ਗੱਲ ਹੋ ਸਕਦੀ ਹੈ। ਜੋ ਰੀਜ਼ਨ ਪੁੱਛਿਆ ਹੋਗਾ ਜਦੋਂ ਸਮਝ ਲੱਗਦੀ ਹੈ ਉਦੋਂ ਤੁਹਾਡਾ ਜੋ ਮਾਈਂਡ ਆ ਉਹ ਆਈਡੀਆਜ਼ ਜਨਰੇਟ ਕਰਦਾ। ਦੇਖਿਓ ਕਿਤੇ ਜਿਹੜੀ ਸਟੇਟਮੈਂਟ ਦੀ ਸਮਝ ਲੱਗ ਕੇ ਉਸ ਵੇਲੇ ਤੁਹਾਡੇ ਦਿਮਾਗ 'ਚ ਆਈਡੀਆ ਆ ਜਾਣਗੇ, ਹਾਂ ਚੀਜ਼ ਏਦਾਂ ਹੈ ਏਦਾਂ ਏਦਾਂ। ਜਦੋਂ ਸਟੇਟਮੈਂਟ ਦੀ ਸਮਝ ਹੀ ਨਹੀਂ ਲੱਗੀ ਤੇ ਆਈਡੀਆਜ਼ ਕਿੱਥੋਂ ਜਨਰੇਟ ਹੋਣਗੇ, ਹਨਾ ਨਾ। ਸੋ ਸਪਸ਼ਟ ਚੀਜ਼ ਕੀ ਹੈਗੀ ਆ, ਹਮੇਸ਼ਾ ਸਟੇਟਮੈਂਟ ਜਿਹੜੀ ਹੈਗੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਠੀਕ ਹੈ ਜੀ, ਜਿਵੇਂ ਦੇਖੋ ਅੱਜ ਆਪਾਂ ਰਾਈਟਿੰਗ ਟਾਸਕ 2 ਕਰਦੇ ਆਂ ਤੇ ਜੋ ਮੈਨੀ ਪੀਪਲ ਕੰਸੀਡਰ ਸ਼ਾਪਿੰਗ ਮਾਲਸ as a great place to spend their leisure time and meet others। leisure मतलब free time। ਬਹੁਤ ਸਾਰੇ ਲੋਕ ਮੰਨਦੇ ਆ ਕਿ ਜੋ ਸ਼ਾਪਿੰਗ ਮਾਲਸ ਆ ਇੱਕ ਬਹੁਤ ਵਧੀਆ ਜਗ੍ਹਾ ਹੈ। ਕਾਹਦੇ ਲਈ ਵਧੀਆ ਹੈ ਜੀ? ਆਪਣਾ ਫ੍ਰੀ ਟਾਈਮ ਸਪੈਂਡ ਕਰਨ ਦੇ ਲਈ ਤੇ ਦੂਸਰਿਆਂ ਨੂੰ ਮਿਲਣ ਦੇ ਲਈ। ਠੀਕ ਹੈ, ਪੀਪਲ ਇਨ ਦੀ ਪਾਸਟ ਹਾਊਐਵਰ ਕਹਿੰਦੇ ਜੋ ਪਾਸਟ ਦੇ ਲੋਕ ਸੀ ਹਾਲਾਂਕਿ ਵਿਜ਼ਿਟਰ ਸ਼ਾਪਿੰਗ ਮਾਲ, ਉਹ ਸ਼ਾਪਿੰਗ ਮਾਲ ਜਾਂਦੇ ਸੀ ਓਨਲੀ ਵੈਨ ਨੈਸੈਸਰੀ। ਜੋ ਜ਼ਰੂਰਤ ਹੁੰਦੀ ਸੀ ਨਾ ਉਹਦੇ ਸ਼ਾਪਿੰਗ ਮਾਲ ਜਾਂਦੇ ਹੁੰਦੇ ਸੀ। ਕਹਿੰਦੇ ਇਜ਼ ਦਿਸ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਔਰ ਲੱਗਾ ਹੈ। ਠੀਕ ਹੈ, ਪਹਿਲਾਂ ਸਟੇਟਮੈਂਟ ਨੂੰ ਸਮਝੋ। ਸਟੇਟਮੈਂਟ ਕੀ ਕਹਿੰਦੀ ਆ? ਕਹਿੰਦੇ ਕੁਝ ਲੋਕ ਕਹਿੰਦੇ ਆ ਸ਼ਾਪਿੰਗ ਮਾਲ ਇੱਕ ਬਹੁਤ ਵਧੀਆ ਜਗ੍ਹਾ ਹੈ ਕਿਹਦੇ ਲਈ? ਆਪਣਾ ਫ੍ਰੀ ਟਾਈਮ ਸਪੈਂਡ ਕਰਨ ਦੇ ਲਈ ਤੇ ਦੂਸਰਿਆਂ ਨੂੰ ਮਿਲਣ ਦੇ ਲਈ। ਹਾਲਾਂਕਿ ਪਾਸਟ ਦੇ ਵਿੱਚ ਲੋਕ ਉਦੋਂ ਹੀ ਸ਼ਾਪਿੰਗ ਮਾਲ ਜਾਂਦੇ ਹੁੰਦੇ ਸੀ ਜਦੋਂ ਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ। ਕੁਐਸਚਨ ਸਮਝ ਲਿਆ? ਹੁਣ ਸਟੇਟਮੈਂਟ ਦੇਖੋ ਤੁਹਾਨੂੰ ਕੀ ਆਈ ਹੈ ਜਿਹਦੇ ਅਕੋਰਡਿੰਗ ਤੁਸੀਂ ਲਿਖਣਾ ਹੈ। ਕਹਿੰਦੇ ਇਸ ਦਿਸ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ। ਇਹ ਪੋਜ਼ਿਟਿਵ ਆ ਜਾਂ ਨੈਗੇਟਿਵ ਡਿਵੈਲਪਮੈਂਟ ਆ? ਮਤਲਬ ਇਹ ਸਹੀ ਆ ਜਾਂ ਇਹ ਗਲਤ ਆ? ਹੁਣ ਦੇਖੋ ਔਰ ਲੱਗਾ ਹੈ, ਇਹਦਾ ਮਤਲਬ ਇੱਕ ਸਾਈਡ ਜਾਣਾ ਹੈ। ਦੋਨੋਂ ਸਾਈਡ ਨਹੀਂ ਲਿਖਣਾ ਜੀ, ਤੁਸੀਂ ਸਿਰਫ ਇੱਕ ਸਾਈਡ ਹੀ ਜਾਣਾ ਹੈ। ਠੀਕ ਹੈ ਬੱਚੇ, ਇੱਕ ਸਾਈਡ ਜਾਣਾ ਹੈ। ਜਾਂ ਤਾਂ ਪੋਜ਼ਿਟਿਵ, ਅਗਰ ਤੁਹਾਡੇ ਕੋਲ ਪੋਜ਼ਿਟਿਵ ਦੇ ਪੁਆਇੰਟ ਆ ਪੋਜ਼ਿਟਿਵ ਸਾਈਡ, ਅਗਰ ਨੈਗੇਟਿਵ ਦੇ ਪੁਆਇੰਟ ਆ ਨੈਗੇਟਿਵ ਦੇ ਸਾਈਡ। ਕਾਫੀ ਸਾਰੇ ਬੱਚੇ ਦੇ ਮਿੱਥ ਹੁੰਦੇ ਅਸੀਂ ਪੋਜ਼ਿਟਿਵ ਲਿਖੀਏ ਜੀ ਨੈਗੇਟਿਵ। ਦੇਖੋ ਬੱਚੇ, ਜਿਹਦੇ ਰਿਗਾਰਡਿੰਗ ਤੁਹਾਡੇ ਕੋਲ ਆਈਡੀਆਜ਼ ਹੁੰਦੇ ਆ ਨਾ ਉਹਦੇ ਰਿਗਾਰਡਿੰਗ ਤੁਸੀਂ ਲਿਖਣਾ ਹੁੰਦਾ ਹੈ। ਜੇ ਤੁਹਾਡੇ ਕੋਲ ਪੋਜ਼ਿਟਿਵ ਦੇ ਰਿਲੇਟਡ ਆਈਡੀਆਜ਼ ਆ ਪੋਜ਼ਿਟਿਵ ਵਾਲੀ ਸਾਈਡ ਚਲ ਜਾਓ, ਜੇ ਨੈਗੇਟਿਵ ਨਾਲ ਰਿਲੇਟਡ ਹੈ ਤੇ ਨੈਗੇਟਿਵ ਵਾਲੀ ਸਾਈਡ ਚਲ ਜਾਓ। ਉਹਨੂੰ ਪੋਜ਼ਿਟਿਵ ਲਿਖ ਨੈਗੇਟਿਵ ਲਿਖ ਰਹੇ ਹੋ, ਉਹਨੂੰ ਫਰਕ ਪੈਂਦਾ ਕਿ ਤੁਸੀਂ ਔਨ ਟੌਪਿਕ ਲਿਖ ਰਹੇ ਹੋ, ਤੁਸੀਂ ਗ੍ਰਾਮੈਟਿਕਲ ਐਰਰਸ ਨਹੀਂ ਕਰ ਰਹੇ ਹੈਗੇ। ਕਈ ਬੱਚੇ ਮੈਂ ਨਾਰਮਲੀ ਦੇਖਿਆ ਕਈ ਬੱਚੇ ਨਾ ਪੋਜ਼ਿਟਿਵ ਚੱਲ ਜਾਂਦੇ। ਨਹੀਂ ਨਹੀਂ, ਪੋਜ਼ਿਟਿਵ ਜਾਂਦੇ ਨਾਲ ਤੁਹਾਨੂੰ ਬੈਂਡ ਸਕੋਰ ਮਿਲ ਗਈ ਨਹੀਂ ਜੀ। ਫਿਰ ਤਾਂ ਤੁਸੀਂ ਇੰਟਰੋਡਕਸ਼ਨ ਲੈ ਕੇ ਆ ਜਾਓ, ਕਿਉਂਕਿ ਇੰਟਰੋਡਕਸ਼ਨ 'ਚ ਹੀ ਦੱਸ ਦਿੰਦੀ ਹਾਂ ਕਿ ਮੈਂ ਪੋਜ਼ਿਟਿਵ ਸਾਈਡ ਆ। ਫਿਰ ਤੇ BP1 BP2 ਲਿਖਣ ਦੀ ਲੋੜ ਹੀ ਨਹੀਂ ਆ। ਡਸਨਟ ਮੈਟਰ ਕਿ ਤੁਸੀਂ ਪੋਜ਼ਿਟਿਵ ਜਾ ਰਹੇ ਹੋ ਤੁਸੀਂ ਨੈਗੇਟਿਵ ਜਾ ਰਹੇ ਹੋ। ਇਹ ਡਿਪੈਂਡ ਕਰਦਾ ਹੈ ਤੁਹਾਡੇ ਆਈਡੀਆਜ਼ ਤੇ, ਤੁਸੀਂ ਕਿੱਦਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਅਗਰ ਨੈਗੇਟਿਵ ਆ ਤਾਂ ਉਹਨੂੰ ਪ੍ਰੂਫ ਕਰ ਦਿਓ ਕਿੱਦਾਂ ਨੈਗੇਟਿਵ ਆ, ਅਗਰ ਪੋਜ਼ਿਟਿਵ ਆ ਤਾਂ ਉਹਨੂੰ ਪ੍ਰੂਫ ਕਰੋ ਕਿੱਦਾਂ ਪੋਜ਼ਿਟਿਵ ਆ, ਬਸ। ਠੀਕ ਹੈ, ਹੁਣ ਆਪਾਂ ਡਿਸਕਸ ਕਰਦੇ ਹੈਗੇ ਆ ਵੀ ਅਗਰ ਹੁਣ ਮੈਂ ਟਾਸਕ ਲਿਖਣਾ ਹੈ ਜਦੋਂ, ਤੇ ਮੈਂ ਪਹਿਲਾਂ ਇਹ ਦੇਖਾਂਗੀ ਕਿ ਪੋਜ਼ਿਟਿਵ ਸਾਈਡ ਜਾਂ ਨੈਗੇਟਿਵ ਸਾਈਡ ਕਿਹੜੀ ਸਾਈਡ ਜ਼ਿਆਦਾ ਹੈ।
ਜਿਹਦੇ ਕੋ ਜਿਹੜੀ ਸਾਈਡ ਮੇਰੇ ਪੁਆਇੰਟ ਜ਼ਿਆਦਾ ਹੈ ਮੈਂ ਉਹ ਸਾਈਡ ਜਾਵਾਂਗੀ। ਜਿਵੇਂ ਹੁਣ ਦੇਖੋ ਕਿ ਅੱਜ ਕੱਲ ਲੋਕ ਸ਼ਾਪਿੰਗ ਮਾਲ ਜਾ ਰਹੇ ਆ ਹਨਾ, ਫ੍ਰੀ ਟਾਈਮ ਦੇ ਵਿੱਚ ਆਪਣਾ ਫ੍ਰੀ ਟਾਈਮ ਸਪੈਂਡ ਕਰਨ ਲਈ ਤੇ ਦੂਜਿਆਂ ਨੂੰ ਮਿਲਣ ਦੇ ਲਈ। ਹੁਣ ਇੱਕ ਦਿਮਾਗ ਦੇ ਵਿੱਚ ਇੰਸਟੈਂਟਲੀ ਗੱਲ ਆ ਗਈ ਆ ਕਿ ਜਦੋਂ ਉਹ ਸ਼ਾਪਿੰਗ ਮਾਲ ਫ੍ਰੀ ਟਾਈਮ ਸਪੈਂਡ ਕਰਨ ਲਈ ਜਾਂਦੇ ਆ, ਆਬਵੀਅਸਲੀ ਜਦੋਂ ਲਾਗੇ ਬੰਨੇ ਇੰਨੀਆਂ ਵਧੀਆ ਚੀਜ਼ਾਂ ਦੇਖਣਗੇ, ਸਕਰੀਨਸ ਡਿਸਪਲੇ ਹੋਈ ਹੋਊਗੀ, ਆਲੇ ਦੁਆਲੇ ਉਹਨਾਂ ਨੂੰ ਡਿਫਰੈਂਟ ਕਾਈਂਡ ਆਫ ਪ੍ਰੋਡਕਟਸ ਦਿਖਣਗੇ, ਆਬਵੀਅਸਲੀ ਕਿਸੇ ਨਾ ਕਿਸੇ ਚੀਜ਼ ਨੂੰ ਬਾਏ ਕਰਨਗੇ। ਤੇ ਜਦੋਂ ਖਰੀਦਣਗੇ ਤੇ ਆਬਵੀਅਸਲੀ ਓਵਰ ਸਪੈਂਡਿੰਗ ਹੋਊਗੀ। ਠੀਕ ਹੈ ਜੀ। ਤੇ ਇਹਦੇ ਨਾਲ ਉਹਨਾਂ ਦਾ ਪੈਸਾ ਖਰਚਿਆ ਜਾਂਦਾ ਹੈ ਨਾ। ਨਾਰਮਲੀ ਜਦੋਂ ਤੁਸੀਂ ਕੋਈ ਵੈਸੇ ਘੁੰਮਣ ਫਿਰਨ ਕਿਤੇ ਗਏ ਹੋ ਕਿਸੇ ਦੇ ਨਾਲ, ਜਿੱਥੇ ਉਹਨੇ 4-5 ਚੀਜ਼ਾਂ ਖਰੀਦੀਆਂ, ਬਦੋ ਬਦੇ ਤੁਸੀਂ ਵੀ ਖਰੀਦ ਲੈਂਦੇ ਹੋ ਕਿਉਂਕਿ ਅਟਰੈਕਟ ਹੋ ਜਾਈਦਾ ਲਾਗੇ ਬੰਨੇ ਚੀਜ਼ਾਂ ਨੂੰ ਦੇਖ ਕੇ। ਤੇ ਦੂਸਰਾ ਪੁਆਇੰਟ ਇਹ ਕਿ ਪਾਸਟ ਵਿੱਚ ਲੋਕੀ ਉਦੋਂ ਹੀ ਜਾਂਦੇ ਸੀ ਜਦੋਂ ਕਿ ਮਤਲਬ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਹਨਾ। ਤੇ ਲੋਕੀ ਆਪਣਾ ਪਾਸਟ ਵਿੱਚ ਫ੍ਰੀ ਟਾਈਮ ਸਪੈਂਡ ਕਰਦੇ ਹੁੰਦੇ ਸੀ ਗਰਾਊਂਡ ਦੇ ਵਿੱਚ, ਪਾਰਕਸ ਦੇ ਵਿੱਚ ਬੈਠ ਕੇ ਹਨਾ। ਤੇ ਫਿਜ਼ੀਕਲ ਐਕਟੀਵਿਟੀਜ਼ ਕਰਦੇ ਸੀ, ਬੱਚੇ ਇੱਕ ਦੂਜੇ ਨਾਲ ਖੇਡਦੇ ਹੁੰਦੇ ਸੀ ਹਨਾ। ਅੱਜ ਕੱਲ ਫਿਜ਼ੀਕਲ ਐਕਟੀਵਿਟੀਜ਼ ਘਟ ਗਈਆਂ। ਹੁਣ ਸ਼ਾਪਿੰਗ ਮਾਲ ਦੇ ਵਿੱਚ ਜਾ ਕੇ ਬੈਠ ਜਾਣਾ, ਇਹ ਚੀਜ਼ਾਂ ਖਰੀਦੀ ਜਾਣੀਆਂ ਹੈਗੀਆਂ ਏ, ਤੇ ਉੱਥੇ ਕੋਈ ਫਿਜ਼ੀਕਲ ਐਕਟੀਵਿਟੀਜ਼ ਨਹੀਂ ਨਾ ਹੋ ਰਹੀ। ਪਾਸਟ ਵਿੱਚ ਲੋਕ ਸਿਰਫ ਉਦੋਂ ਜਾਂਦੇ ਸੀ ਜਦੋਂ ਉਹਨਾਂ ਨੂੰ ਜ਼ਰੂਰਤ ਸੀ, ਤੇ ਆਪਣਾ ਜਦੋਂ ਫ੍ਰੀ ਟਾਈਮ ਸੀ ਉਹ ਸਪੈਂਡ ਕਰਦੇ ਹੁੰਦੇ ਸੀ ਆਪਣੇ ਫਰੈਂਡਸ ਦੇ ਨਾਲ, ਆਪਣੇ ਰਿਲੇਟਿਵ, ਸਮਟਾਈਮ ਆਪਣੀ ਫੈਮਿਲੀ ਦੇ ਨਾਲ ਉਹਨਾਂ ਆਊਟਡੋਰ ਐਕਟੀਵਿਟੀਜ਼ ਕਰਦੇ ਸੀ, ਜਿਹਦੇ ਨਾਲ ਉਹ ਮੈਂਟਲੀ ਤੇ ਫਿਜ਼ੀਕਲੀ ਫਿਟ ਰਹਿੰਦੇ ਸੀ। ਹੁਣ ਮੇਰੇ ਕੋਲ ਦੋਨੋਂ ਨੈਗੇਟਿਵ ਦੇ ਪੁਆਇੰਟ ਹੈਗੇ ਕਿ ਮੈਨੂੰ ਇਹ ਲੱਗਦਾ ਹੈ ਵੀ ਇਹ ਚੀਜ਼ ਤਾਂ ਗਲਤ ਆ। ਇੱਕ ਤੇ ਓਵਰ ਸਪੈਂਡਿੰਗ ਹੋ ਰਹੀ ਆ, ਇੱਕ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਰਿਡਿਊਸ ਹੋ ਰਹੀ ਆ, ਕਿਉਂਕਿ ਸ਼ਾਪਿੰਗ ਮਾਲ ਦੇ ਵਿੱਚ ਥੋੜੀ ਨਾ ਖੇਡਣਗੇ ਹੁਣ ਜਾ ਕੇ। ਠੀਕ ਹੈ ਜੀ। ਆਪਾਂ ਡਿਸਕਸ ਕਰ ਲਿਆ ਆਪਾਂ ਕਿਹੜੀ ਸਾਈਡ ਲਿਖਣਾ ਹੈਗਾ। ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਜੋ ਸਟੇਟਮੈਂਟ ਆ ਉਹਨੂੰ ਆਪਾਂ ਕਿੱਦਾਂ ਰੀਫਰੇਜ਼ ਕਰਨਾ ਹੈਗਾ। ਧਿਆਨ ਦੇ ਨਾਲ ਦੇਖਿਓ। ਦੇਖਿਓ ਬੱਚੇ, ਕਹਿੰਦੇ ਆ ਆਪਾਂ ਕੀ ਲਿਖਿਆ, ਆਪਾਂ ਕਿਹਾ nowadays many shopping malls are not only place to buy goods। ਅੱਜ ਕੱਲ ਜੋ ਸ਼ਾਪਿੰਗ ਮਾਲਸ ਆ ਉਹ ਨਾ ਸਿਰਫ ਇਦਾਂ ਦੀ ਪਲੇਸ ਆ ਜਿੱਥੋਂ ਗੁੱਡਸ ਹੁੰਦਾ, ਪ੍ਰੋਡਕਟਸ, ਜਿੱਥੋਂ ਨਾ ਸਿਰਫ ਆਪਾਂ ਪ੍ਰੋਡਕਟਸ ਬਾਏ ਕਰ ਸਕਦੇ ਹਾਂ, ਗੁੱਡਸ ਬਾਏ ਕਰ ਸਕਦੇ ਹਾਂ, ਬਟ ਆਲਸੋ ਪਪੂਲਰ ਸਪੋਟ ਬਣ ਗਿਆ ਹੈ ਫॉर ਮੀਟਿੰਗ ਫਰੈਂਡਸ ਐਂਡ ਇੰਜੋਇੰਗ ਫ੍ਰੀ ਟਾਈਮ। ਸੋ ਉਹ ਇੱਕ ਪਪੂਲਰ ਸਪੋਟ ਬਣ ਗਿਆ ਜਿੱਥੇ ਆਪਾਂ ਫੋਰ ਤੋਂ ਬਾਅਦ ਤੇ ਬਾਈ, ਬੀ ਬਾਈ ਬਾਈ ਹੁੰਦਾ ਹੈ ਨਾ, ਐਫ ਫॉर ਫੋਰ। ਇਹਦੇ ਤੋਂ ਬਾਅਦ ਜਦੋਂ ਵੀ ਤੁਸੀਂ ਕੋਈ ਵਰਬ ਲਾਉਣੀ ਆ ਉਹਦੇ ਐਨਜੀ ਆਏਗਾ। ਇਹ ਗ੍ਰਾਮਰ ਦਾ ਰੂਲ ਆ, ਯਾਦ ਰੱਖਿਓ। ਠੀਕ ਹੈ ਜੀ। ਆਪਾਂ ਕਹੇ ਇੱਕ ਪਪੂਲਰ ਸਪੋਰਟ ਬਣ ਗਿਆ ਹੈ ਫॉर ਮੀਟਿੰਗ ਫਰੈਂਡਸ, ਫਰੈਂਡਸ ਨੂੰ ਮਿਲਣ ਲਈ ਤੇ ਇੰਜੋਏ ਕਰਨ ਵਾਸਤੇ ਆਪਣਾ ਫ੍ਰੀ ਟਾਈਮ। ਠੀਕ ਹੈ। ਆਪਾਂ ਕਿਹਾ ਇਨ ਦੀ ਪਾਸਟ, ਜਦ ਕਿ ਪਾਸਟ ਵਿੱਚ ਕੀ ਹੁੰਦਾ ਸੀ, ਪੀਪਲ ਗੋ ਦੀ ਸੈਕੰਡ ਫਾਰਮ ਲਈ went to malls, malls ਦੇ ਵਿੱਚ ਜਾਂਦੇ ਸੀ only when they needed to buy something, ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਕਿਸੇ ਚੀਜ਼ ਨੂੰ ਬਾਏ ਕਰਨ ਦੀ। ਏਦਾਂ ਦੇਖੋ ਆਪਾਂ ਇਹਦੀ ਰੀਫਰੇਸਿੰਗ ਕਰਤੀ, ਜੋ ਪੜਿਆ ਉਹਨੂੰ ਆਪਣੇ ਸ਼ਬਦਾਂ 'ਚ ਸਮਝਿਆ ਤੇ ਲਿਖਤਾ। ਮੈਂ ਕਿਹਾ ਅੱਜ ਕੱਲ ਸ਼ਾਪਿੰਗ ਮਾਲ ਨਾ ਸਿਰਫ ਚੀਜ਼ਾਂ ਖਰੀਦਣ ਦੀ ਪਲੇਸ ਆ, ਸਗੋਂ ਲੋਕਾਂ ਨੂੰ ਮਿਲਣ ਤੇ ਇੰਜੋਏ ਕਰਨ ਦੀ ਵੀ ਪਲੇਸ ਬਣ ਗਈ ਹੈ। ਜਦ ਕਿ ਪਾਸਟ ਵਿੱਚ ਲੋਕ ਉਦੋਂ ਹੀ ਜਾਂਦੇ ਸੀ ਜਦੋਂ ਉਹਨਾਂ ਨੂੰ ਕਿਸੇ ਚੀਜ਼ ਨੂੰ ਖਰੀਦਣ ਦੀ ਜ਼ਰੂਰਤ ਹੁੰਦੀ ਸੀ। ਇਹ ਹੁਣ ਆਪਣੀ ਜਿਹੜੀ ਹੈਗੀ ਆ, ਇਹ ਜਿਹੜੀ ਆ ਹੋ ਗਈ ਹੈ ਰੀਫਰੇਜ਼ਿੰਗ। ਹੁਣ ਆਪਾਂ ਥੀਸਿਸ ਲਾਈਨ ਲਿਖਣੀ ਹੈ ਜਿਹਦੇ ਤੋਂ ਐਗਜ਼ਾਮੀਨਰ ਨੂੰ ਪਤਾ ਲੱਗੇਗਾ ਕਿ ਮੈਂ ਪੋਜ਼ਿਟਿਵ ਸਾਈਡ ਜਾ ਰਹੀ ਹਾਂ ਜਾਂ ਮੈਂ ਨੈਗੇਟਿਵ ਸਾਈਡ ਜਾ ਰਹੀ ਹਾਂ। ਉਹ ਮੋਸਟ ਇੰਪੋਰਟੈਂਟ ਆ। ਆਪਣਾ ਜੋ ਵੀ ਆਈਡੀਆ ਓਪੀਨੀਅਨ ਹੁੰਦਾ ਇੰਟਰੋਡਕਸ਼ਨ ਚ ਫਸਟ ਦੇ ਦੇਣਾ ਚਾਹੀਦਾ, ਤਾਂ ਜੋ ਐਗਜ਼ਾਮੀਨਰ ਨੂੰ ਪਤਾ ਲੱਗ ਜਾਏ ਕਿ ਬੱਚਾ ਕਿਸ ਸਾਈਡ ਜਾ ਰਿਹਾ ਹੈ। ਠੀਕ ਹੈ ਜੀ। ਦੇਖੋ ਬੱਚੇ, ਹੁਣ ਆਪਾਂ ਕਰਦੇ ਹੈਗੇ ਦੀ ਥੀਸਿਸ ਲਾਈਨ। ਦੇਖੋ ਜੀ, ਆਪਾਂ ਕਿਹਾ ਆਈ ਥਿੰਕ ਦਿਸ ਇਜ਼ ਅ ਨੈਗੇਟਿਵ ਟ੍ਰੈਂਡ। ਮੈਨੂੰ ਲੱਗਦਾ ਹੈ ਜੀ ਇਹ ਨੈਗੇਟਿਵ ਟ੍ਰੈਂਡ ਹੈਗਾ। ਕਿਉਂ ਹੈਗਾ ਹੈ? ਆਪਾਂ ਕਿਹਾ ਬਿਕੋਜ਼ ਇੱਕ ਲਿਸਟ ਨਾ ਪੈਦਾ ਕਰਨਾ ਹੈ। ਕੀ ਪੈਦਾ ਕਰਦਾ ਹੈ? ਓਵਰ ਸਪੈਂਡਿੰਗ ਐਂਡ ਰਿਡਿਊਸ ਆਊਟਡੋਰ ਐਕਟੀਵਿਟੀਜ਼। ਜੋ ਚੀਜ਼ਾਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਸੀ, ਜੋ ਮੇਰੇ ਮਨ ਚ ਆਈ, ਆਪਾਂ ਉਹੀ ਲਿਖਤਾ ਕਿ ਇਹਦੇ ਨਾਲ ਇੱਕ ਦੇ ਵੀ ਓਵਰ ਸਪੈਂਡਿੰਗ ਹੋਊਗੀ। ਜੇ ਉਹ ਜਾਣਗੇ ਤੇ ਕਿਤੇ ਨਾ ਕਿਤੇ ਖਰਚਾ ਕਰ ਦੇਣਗੇ, ਤੇ ਇਹਦੇ ਨਾਲ ਉਹਦੀਆਂ ਆਊਟਡੋਰ ਜੋ ਐਕਟੀਵਿਟੀਜ਼ ਹੈਗੀਆਂ ਵਾ ਉਹ ਵੀ ਰਿਡਿਊਸ ਹੁੰਦੀਆਂ ਹੈ। ਠੀਕ ਹੈ ਜੀ। ਹੁਣ ਐਗਜ਼ਾਮੀਨਰ ਨੂੰ ਕਾਰਨ ਪਤਾ ਲੱਗ ਗਏ ਮੈਂ ਕਿਹੜੇ ਕਾਰਨਾਂ ਕਰਕੇ ਇਹਦੇ ਨਾਲ ਸਹਿਮਤ ਨਹੀਂ ਹੈਗੀ, ਮੈਨੂੰ ਕਿਉਂ ਲੱਗਦਾ ਕਿ ਇੱਕ ਨੈਗੇਟਿਵ ਟ੍ਰੈਂਡ ਹੈਗਾ ਹੈ। ਹੁਣ ਫਰਦਰ ਮੈਂ ਇੱਕ ਬੀਪੀ ਚ ਓਵਰ ਸਪੈਂਡਿੰਗ ਦੀ ਗੱਲ ਕਰਾਂਗੀ, ਉਹਨੂੰ ਐਕਸਪਲੇਨ ਕਰਾਂਗੀ, ਐਗਜ਼ਾਮਪਲ ਦਵਾਂਗੀ। ਦੂਸਰੇ ਚ ਆਊਟਡੋਰ ਦੀ ਗੱਲ ਕਰਾਂਗੇ। ਹੁਣ BP1 ਤੇ BP2 ਨੂੰ ਸਟਰਕਚਰਾਈਜ਼ਡ ਕਿੱਦਾਂ ਲਿਖਣਾ ਹੈ ਦੇਖਦੇ ਹਾਂ। ਕਲੀਅਰ ਹੈ ਬੱਚੇ? ਇੱਥੋਂ ਤੱਕ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਪੁੱਛ ਲਿਓ ਜੀ। ਠੀਕ ਹੈ। ਹੁਣ ਆਪਾਂ BP1 ਕਰਦੇ ਹੈਗੇ ਆ ਜੀ।
ਦੇਖੋ ਬੱਚੇ ਆਪਾਂ BP1 ਕਰਦੇ ਆ। BP1 ਦੇ ਵਿੱਚ ਆਪਾਂ ਸਟਾਰਟਿੰਗ ਦੇ ਲਈ ਇੱਕ ਕਨੈਕਟਰ ਲਾਇਆ। ਆਪਾਂ ਕਨੈਕਟਰ ਲਾਇਆ ਟੂ ਬਿਗਿਨ ਵਿਦ, ਠੀਕ ਹੈ। ਟੂ ਇਨੀਸ਼ੀਏਟ ਵਿਦ, ਟੂ ਕਮੈਂਸ ਵਿਦ, ਟੂ ਬਿਗਿਨ ਵਿਦ, ਕੋਈ ਵੀ ਕਨੈਕਟਰ ਲਾ ਸਕਦੇ ਹੋ, ਇੱਕ ਹੀ ਕਨੈਕਟਰ ਰੱਖਿਓ। ਹੁਣ ਤੁਸੀਂ ਜੇ ਸਟਾਰਟਿੰਗ ਫੋਰ ਐਗਜ਼ਾਮਪਲ ਸਟਾਰਟਿੰਗ ਤੁਸੀਂ ਟੂ ਬਿਗਿਨ ਵਿਦ ਲਿਖ ਰਹੇ ਹੋ, ਉੱਥੇ ਜਾ ਕੇ ਜੇ ਤੁਸੀਂ ਟੂ ਇਨੀਸ਼ੀਏਟ ਵਿਦ ਲਿਖਤਾ, ਬਾਅਦ ਵਿੱਚ ਪਤਾ ਲੱਗੇ ਜੇ ਸਪੈਲਿੰਗ ਹੀ ਗਲਤ ਲਿਖਦੇ ਆ, ਹਨਾ, ਫਿਰ ਤਾਂ ਕੋਈ ਫਾਇਦਾ ਨਹੀਂ ਨਾ ਹੈਗਾ ਲਿਖਣ ਦਾ। ਇੱਕ ਵਾਰੀ ਕਿਸੇ ਬੱਚੇ ਨੇ ਇਦਾਂ ਹੀ ਕੀਤਾ, ਮਤਲਬ ਪਹਿਲਾ ਕਲਾਸਿਸ ਦੇ ਵਿੱਚ ਟੂ ਬਿਗਿਨ ਵਿਦ ਹੀ ਲਿਖਦਾ ਰਿਹਾ, ਐਗਜ਼ਾਮ ਦੇ ਵਿੱਚ ਜਾ ਕੇ ਟੂ ਇਨੀਸ਼ੀਏਟ ਵਿਦ ਲਿਖਦਾ ਕਿ ਐਗਜ਼ਾਮੀਨਰ ਨੂੰ ਹੋਊਗਾ ਕਿ ਚੱਲ ਇਹਨੇ ਵਧੀਆ ਵਰਡ ਯੂਜ਼ ਕੀਤਾ ਹੈ ਅੱਜ ਨਵਾਂ। ਮੈਂ ਕਿਹਾ ਉਹਨੂੰ ਕਿੱਦਾਂ ਪਤਾ ਲੱਗੇਗਾ ਕਿ ਤੂੰ ਅੱਜ ਨਵਾਂ ਵਰਡ ਯੂਜ਼ ਕੀਤਾ ਹੈ? ਉਹਨੂੰ ਸੁਪਨਾ ਥੋੜੀ ਨਾ ਹੋਣਾ ਰਾਤ ਨੂੰ ਕਿ ਤੂੰ ਪਹਿਲਾਂ ਟੂ ਬਿਗਿਨ ਵਿਦ ਲਿਖ ਰਹੇ, ਅੱਜ ਸਪੈਸ਼ਲ ਮੇਰੇ ਲਈ ਟੂ ਇਨੀਸ਼ੀਏਟ ਵਿਦ ਲਿਖਿਆ। ਨਹੀਂ ਜੀ, ਡੇਲੀ ਇੱਕ ਹੀ ਲਿਖੋ, ਠੀਕ ਹੈ, ਜਿਹੜਾ ਤੁਸੀਂ ਰੈਗੂਲਰ ਬੇਸਿਸ ਤੇ ਲਿਖਣਾ। ਕੋਈ ਐਕਸਪੈਰੀਮੈਂਟ ਇਹਨਾਂ ਚੀਜ਼ਾਂ ਨਾ ਕਰਿਆ ਕਰੋ, ਕਿਉਂਕਿ ਤੁਸੀਂ ਰਾਈਟਿੰਗ ਟਾਸਕ ਟੂ ਇੱਕ ਹੀ ਲਿਖਣਾ ਹੈ। ਸੋ ਫਿਰ ਇੱਕ ਹੀ ਡੇਲੀ ਟਾਸਕ ਕਨੈਕਟ ਰੱਖਿਆ ਕਰੋ। ਟੂ ਇਨੀਸ਼ੀਏਟ ਲਿਖ ਲਓ, ਟੂ ਕਮੈਂਸ ਵਿਦ ਲਿਖ ਲਓ, ਜਾਂ ਟੂ ਬਿਗਿਨ ਵਿਦ ਲਿਖ ਲਓ, ਤਿੰਨੇ ਹੀ ਠੀਕ ਹੈ ਜੀ, ਠੀਕ ਹੈ। ਟੂ ਬਿਗਿਨ ਵਿਦ ਕਨੈਕਟਰ ਲਾਇਆ ਸਟਾਰਟਿੰਗ ਦੇ ਵਿੱਚ, ਆਪਾਂ ਕਿਹਾ ਜੋ ਪ੍ਰੀਡੋਮੀਨੈਂਟ ਰੀਜ਼ਨ ਆ, ਜੋ ਮੇਨ ਕਾਰਨ ਆ, ਇਜ਼ ਦੈਟ ਇਹ ਆ ਸਪੈਂਡਿੰਗ too much time in malls can leads to unnecessary shopping। ਆਪਾਂ ਕਿਹਾ ਜੇ predominant reason ਇਹ ਆ ਕਿ ਜੇ ਆਪਾਂ spend ਕਰਦੇ ਆ ਬਹੁਤ ਜ਼ਿਆਦਾ ਟਾਈਮ ਸ਼ਾਪਿੰਗ ਮਾਲਸ ਦੇ ਵਿੱਚ, ਕੀ ਪੈਦਾ ਕਰ ਸਕਦਾ ਹੈ? unnecessary ਸ਼ਾਪਿੰਗ ਹੋ ਸਕਦੀ ਹੈ ਜੀ, ਜਿਨ੍ਹਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਆ ਉਹ ਚੀਜ਼ਾਂ ਆਪਾਂ ਖਰੀਦ ਸਕਦੇ ਆ। ਸੋ unnecessary ਸ਼ਾਪਿੰਗ ਹੋ ਸਕਦੀ। ਐਗਜ਼ਾਮੀਨਰ ਕਹਿੰਦਾ ਉਹ ਕਿਵੇਂ? ਹੁਣ ਆਪਾਂ ਕਨੈਕਟਰ ਲਾਇਆ, ਆਪਾਂ ਲਾਇਆ ਇਨ ਅਦਰ ਵਰਡਸ। ਇਨ ਅਦਰ ਵਰਡਸ ਦਾ ਮਤਲਬ ਕਿ ਦੂਜੇ ਸ਼ਬਦਾਂ ਚ ਤੁਹਾਨੂੰ ਐਕਸਪਲੇਨ ਕਰਕੇ ਦੱਸਦੇ ਆ। ਆਪਾਂ ਕਿਹਾ ਵੈਨ ਪੀਪਲ ਆਰ ਸਰਾਊਂਡਡ ਬਾਏ ਸ਼ਾਪਸ, ਜਦੋਂ ਲੋਕਾਂ ਦੇ ਆਲੇ ਦੁਆਲੇ ਸ਼ਾਪਸ ਹੋਣਗੀਆਂ, ਬ੍ਰਾਈਟ ਡਿਸਪਲੇਸ ਲੱਗੇ ਹੋਣਗੇ, ਐਂਡ ਸਪੈਸ਼ਲ ਆਫਰਸ ਹੋਣਗੀਆਂ, ਕੀ ਹੋਊਗਾ ਫਿਰ? ਦੇ ਮਾਈਟ ਬੀ ਟੈਂਪਟਡ ਟੂ ਬਾਏ ਥਿੰਗਸ they do not really need। ਉਹ ਲੁਭਾਏ ਜਾਣਗੇ ਵੀ ਚੀਜ਼ਾਂ ਖਰੀਦ ਲਈਏ, ਹਾਲਾਂਕਿ ਉਹਨਾਂ ਨੂੰ ਚੀਜ਼ਾਂ ਦੀ ਜ਼ਰੂਰਤ ਨਹੀਂ ਹੋਵੇਗੀ, ਠੀਕ ਹੈ। ਕਲੀਅਰ ਸਮਝ ਲੱਗ ਗਈ? ਜੋ ਮੇਨ ਪੁਆਇੰਟ ਦਿੱਤਾ ਉਹਦੀ ਆਪਾਂ ਐਕਸਪਲੇਨੇਸ਼ਨ ਦਿੱਤੀ ਆ। ਆਪਾਂ ਕਿਹਾ ਕਿ ਜਦੋਂ ਲਾਗੇ ਬੰਨੇ ਲੋਕ ਦੇਖਣਗੇ ਕਿ ਸਾਡੇ ਸ਼ਾਪਸ ਆ ਡਿਸਪਲੇ ਬ੍ਰਾਈਟ ਡਿਸਪਲੇਸ ਲੱਗੀਆਂ ਹੋਣਗੀਆਂ, ਆਪੇ ਉਹਨਾਂ ਦਿਲ ਕਰੂਗਾ ਕਿ ਇਹ ਚੀਜ਼ ਖਰੀਦ ਲਈਏ। ਡਿਸਕਾਊਂਟ ਆਫਰ ਦੇਖ ਕੇ ਵੀ ਉਹ ਚੀਜ਼ ਖਰੀਦ ਸਕਦੇ ਆ, ਹਾਲਾਂਕਿ ਉਹਨਾਂ ਨੂੰ ਉਹ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਠੀਕ ਹੈ। ਹੁਣ ਇਹਨੂੰ ਸਪੋਰਟ ਕਰਨ ਦੇ ਲਈ ਆਪਾਂ ਐਗਜ਼ਾਮਪਲ ਦਵਾਂਗੇ। ਨੈਕਸਟ ਆਪਾਂ ਐਗਜ਼ਾਮਪਲ ਦਿੱਤੀ, क्या for example comma a person whose only plans to watch a movie। एक बंदा जिहदा प्लान है कि मैं जस्ट एक मूवी देखनी है, might also buy clothes or gadgets and this can leads to overspending। ਤਾਂ ਆਪਾਂ ਕਹੇ ਜਿਹੜੇ ਪਰਸਨ ਦਾ ਇਹ ਪਲਾਨ ਹੈ ਕਿ ਮੈਂ ਜਸਟ ਮੂਵੀ ਦੇਖ ਕੇ ਆ ਜਾਣਾ ਹੈ, ਉਹ ਕਲੋਥ ਵੀ ਖਰੀਦ ਸਕਦਾ ਹੈ ਜੀ, ਉਹ ਕੀ ਖਰੀਦ ਸਕਦਾ? ਗੈਜਟਸ ਵੀ ਖਰੀਦ ਸਕਦਾ ਹੈ, ਤੇ ਇਹ ਚੀਜ਼ਾਂ ਕੀ ਪੈਦਾ ਕਰਨਗੀਆਂ? ਓਵਰ ਸਪੈਂਡਿੰਗ ਪੈਦਾ ਕਰਨਗੀਆਂ। ਫਿਰ ਆਪਾਂ ਇਹਦਾ ਰਿਜ਼ਲਟ ਕੱਢਿਆ, therefore ਇਸ ਕਰਕੇ spending time in shopping malls is not the best choice। ਸੋ ਇਹਦੇ ਆਪਣੇ ਅਕੋਰਡਿੰਗ ਤੇ ਜੋ ਟਾਈਮ ਸਪੈਂਡ ਕਰਨਾ ਸ਼ਾਪਿੰਗ ਮਾਲ ਦੇ ਵਿੱਚ ਇੱਕ ਬੈਸਟ ਚੁਆਇਸ ਨਹੀਂ ਹੈ। ਹੁਣ ਤੁਹਾਨੂੰ ਪਤਾ ਲੱਗਾ ਨਾ ਇੱਕ ਰਾਈਟਿੰਗ ਟਾਸਕ 1 ਦੇ ਵਿੱਚ ਬੀਪੀ ਕਿੱਦਾਂ ਲਿਖਣਾ ਹੈ। ਪਹਿਲਾਂ ਦੇਖੋ ਮੈਂ ਤੁਹਾਨੂੰ ਓਵਰਆਲ ਦਿਖਾ ਦਿੰਨੀ ਆ ਇੱਕ ਵਾਰੀ। ਪਹਿਲਾਂ ਆਪਾਂ ਮੇਨ ਪੁਆਇੰਟ ਦਿੱਤਾ, ਠੀਕ ਹੈ ਜੀ, ਇੱਥੋਂ ਆਪਾਂ ਪ੍ਰੀਡੋਮੀਨੈਂਟ ਤੋਂ ਮੇਨ ਪੁਆਇੰਟ ਦਿੱਤਾ, ਫਿਰ ਉਹਨੂੰ ਆਪਾਂ ਐਕਸਪਲੇਨ ਕੀਤਾ ਇਨ ਅਦਰ ਵਰਡ ਕਨੈਕਟਰ ਲਾ ਕੇ। ਉਸ ਤੋਂ ਬਾਅਦ ਆਪਾਂ ਫੋਰ ਐਗਜ਼ਾਮਪਲ ਪਾ ਕੇ ਆਈਡੀਆ ਨੂੰ ਸਪੋਰਟ ਕੀਤਾ, ਐਗਜ਼ਾਮਪਲ ਦਿੱਤੀ, ਦੈਨ ਦੇਅਰਫੋਰ ਪਾ ਕੇ ਆਪਾਂ ਉਹਦਾ ਕੰਕਲੂਜਨ ਕੱਢਤਾ। ਸਿਰਫ 4 ਕਨੈਕਟਰ ਚਾਹੀਦੇ ਇੱਕ ਬੀਪੀ ਨੂੰ ਲਿਖਣ ਲਈ। ਮੇਨ ਕਨੈਕਟਰ, ਠੀਕ ਹੈ, ਸਟਾਰਟਿੰਗ ਦਾ, ਫਿਰ ਉਹਨੂੰ ਐਕਸਪਲੇਨ ਕਰਨ ਵਾਲਾ ਕਨੈਕਟਰ, ਦੈਨ ਐਗਜ਼ਾਮਪਲ ਦੇਣ ਲਈ ਕਨੈਕਟਰ, ਤੇ ਦੈਨ ਦੇਅਰਫੋਰ ਉਹਦਾ ਰਿਜ਼ਲਟ ਕੱਢਣ ਲਈ। ਹੁਣ ਕਈ ਵਾਰੀ ਬੱਚੇ ਕੀ ਕਰਦੇ, ਸਟਾਰਟਿੰਗ ਕਿਤੇ ਹੋਰ ਕਰਦੇ ਆ, ਲਿਖਦੇ ਲਿਖਦੇ ਕਿਤੇ ਹੋਰ ਹੀ ਪਹੁੰਚ ਜਾਂਦੇ ਆ, ਹਨਾ, ਤੇ ਉਹ ਆਊਟ ਆਫ ਟੌਪਿਕ ਲਿਖ ਦਿੰਦੇ ਆ। ਸੋ ਟੌਪਿਕ ਤੇ ਸਟੇ ਰਹਿਣ ਦੇ ਲਈ ਸਟਰਕਚਰ ਨੂੰ ਹਮੇਸ਼ਾ ਫੋਲੋ ਕਰੋ। ਮੇਨ ਪੁਆਇੰਟ, ਫਿਰ ਉਹਦੀ ਐਕਸਪਲੇਨੇਸ਼ਨ। ਮੇਨ ਪੁਆਇੰਟ ਕੀ ਸੀ ਜੀ? ਇਹਦੇ ਨਾਲ ਕੀ ਹੁੰਦੀ ਆ? ਅਨਨੈਸੈਸਰੀ ਸ਼ਾਪਿੰਗ ਹੋ ਜਾਂਦੀ ਹੈ। ਫਿਰ ਉਹਨੂੰ ਫਰਦਰ ਐਕਸਪਲੇਨ ਕੀਤਾ, ਉਹਨੂੰ ਹੀ ਦੇਖੋ ਓਵਰ ਸਪੈਂਡਿੰਗ ਦੱਸਿਆ ਐਗਜ਼ਾਮਪਲ ਦੇ ਕੇ, ਫਿਰ ਉਹਨੂੰ ਹੀ ਅੱਗੇ ਉਹਦਾ ਰਿਜ਼ਲਟ ਕੱਢਿਆ ਕਿ ਜੋ ਆਪਾਂ ਟਾਈਮ ਸਪੈਂਡ ਕਰਦੇ ਸ਼ਾਪਿੰਗ ਮਾਲ ਦੇ ਵਿੱਚ ਉਹ ਇੱਕ ਬੈਸਟ ਚੁਆਇਸ ਨਹੀਂ ਹੈ, ਠੀਕ ਹੈ। ਹੁਣ ਆਪਾਂ ਸੈਕਿੰਡ ਪੀਪੀ ਤੇ ਮੂਵ ਹੁੰਨੇ ਆ ਜੀ।
ਨੈਕਸਟ ਦੇਖੋ ਆਪਾਂ ਲਿਖਿਆ ਫਰਦਰ ਮੋਰ, ਕਨੈਕਟਰ ਲਾਇਆ, ਇੱਥੇ ਦੀ ਨਹੀਂ ਆਏਗਾ ਗਲਤੀ ਨਾਲ। ਜਦੋਂ ਵੀ ਤੁਸੀਂ ਅਨਦਰ ਰੀਜ਼ਨ ਲਿਖਣਾ ਹੈ ਤੇ ਉਹਦੇ ਨਾਲ ਦੀ ਨਹੀਂ ਆਏਗਾ, ਸਿੰਪਲ ਸਟਾਰਟਿੰਗ ਹੋਗੀ ਅਨਦਰ ਰੀਜ਼ਨ ਇਜ਼, ਠੀਕ ਹੈ। ਅਨਦਰ ਰੀਜ਼ਨ ਇਜ਼ ਦੈਟ ਇਟ ਰਿਡਿਊਸ ਆਊਟਡੋਰ ਐਂਡ ਐਕਟਿਵ ਲਾਈਫਸਟਾਈਲ। ਇਹਦੇ ਨਾਲ ਕੀ ਹੋਗਾ ਕਿ ਜੋ ਤੁਹਾਡਾ ਆਊਟਡੋਰ ਤੇ ਐਕਟਿਵ ਲਾਈਫਸਟਾਈਲ ਹੈ ਨਾ ਬੱਚੇ, ਉਹ ਰਿਡਿਊਸ ਹੋ ਜਾਏਗਾ। ਅਗਰ ਕੋਈ ਬੰਦਾ ਵੀ ਆਪਣਾ ਫ੍ਰੀ ਟਾਈਮ ਆਊਟਡੋਰ ਐਕਟੀਵਿਟੀਜ਼ ਕਰਨ ਦੀ ਬਜਾਏ ਸ਼ਾਪਿੰਗ ਮਾਲ ਚ ਸਪੈਂਡ ਕਰ ਰਿਹਾ ਤੇ ਆਬਵੀਅਸਲੀ ਕੀ ਹੋਗਾ ਕਿ ਜੋ ਸਟਾਈਲ ਹੈਗਾ ਵਾ ਉਹ ਕੀ ਹੋ ਜਾਏਗਾ ਜੀ, ਰਿਡਿਊਸ ਹੋ ਜਾਏਗਾ, ਠੀਕ ਹੈ। ਫਿਰ ਨੂੰ ਆਪਾਂ ਐਕਸਪਲੇਨ ਕੀਤਾ ਇਨ ਅਦਰ ਵਰਡ ਦੇ ਵਿੱਚ, ਆਪਾਂ ਕਿਹਾ ਇਨ ਅਦਰ ਵਰਡਸ, ਠੀਕ ਹੈ। ਇਨ ਦੀ ਪਾਸਟ ਦੇ ਵਿੱਚ ਕੀ ਹੁੰਦਾ ਸੀ, ਪੀਪਲ ਆਫਨ ਸਪੈਂਡ ਕਰਦੇ ਹੁੰਦੇ ਸੀ, ਫਿਰ ਟੀ ਆ ਜਾਏਗਾ, ਵਰਬ ਦੀ ਸੈਕੰਡ ਫਾਰਮ ਆ ਜਾਏਗੀ। ਲੋਕ ਅਕਸਰ ਹੀ ਸਪੈਂਡ ਕਰਦੇ ਹੁੰਦੇ ਸੀ ਆਪਣਾ ਵੀਕਐਂਡਸ ਇਨ ਪਾਰਕਸ ਦੇ ਵਿੱਚ, ਪਲੇਇੰਗ ਸਪੋਰਟਸ, ਮਤਲਬ ਸਪੋਰਟਸ ਖੇਡਦੇ ਹੁੰਦੇ ਸੀ, ਔਰ ਵਿਜ਼ਿਟਿੰਗ ਨੈਚੁਰਲ ਪਲੇਸਿਸ। ਹੁਣ ਪਾਸਟ ਦੇ ਵਿੱਚ ਆਪਾਂ ਕਿਹਾ ਕਿ ਲੋਕ ਆਪਣੇ ਫ੍ਰੀ ਟਾਈਮ ਦੇ ਵਿੱਚ ਪਾਰਕ 'ਚ ਜਾਂਦੇ ਸੀ, ਸਪੋਰਟਸ ਖੇਡਦੇ ਹੁੰਦੇ ਸੀ, ਨੈਚੁਰਲ ਪਲੇਸਿਸ ਤੇ ਵਿਜ਼ਿਟ ਕਰਦੇ ਹੁੰਦੇ ਸੀ। ਬਟ ਨਾਓ ਹੁਣ ਕੀ ਹੋ ਗਿਆ ਹੈ ਕਿ ਮੈਨੀ ਚੂਜ਼, ਮੈਨੀ मतलब बहुत सारे लोग, बहुत सारे लोग ਦੀ ਜਗ੍ਹਾ ਤੇ ਕੱਲੇ ਮੈਨੀ ਵੀ ਲਿਖ ਸਕਦੇ ਹੋ, ਠੀਕ ਹੈ ਜੀ। ਮੈਨੀ ਚੂਜ਼ ਕਰਦੇ ਆ ਟੂ ਸਪੈਂਡ ਆਵਰਸ ਇਨਡੋਰ ਇਨ 에ਅਰ ਕੰਡੀਸ਼ਨ ਮਾਲਸ ਦੇ ਵਿੱਚ। ਹੁਣ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ 에ਅਰ ਕੰਡੀਸ਼ਨਡ ਮਾਲ ਦੇ ਵਿੱਚ ਆਪਣਾ ਟਾਈਮ ਸਪੈਂਡ ਕਰਨਾ ਪ੍ਰੈਫਰ ਕਰਦੇ ਹੈਗੇ ਆ, ਠੀਕ ਹੈ। ਨੈਕਸਟ ਹੁਣ ਆਪਾਂ ਐਗਜ਼ਾਮਪਲ ਦਵਾਂਗੇ ਇਹਦੀ। ਫॉर इंस्टेंस मतलब फॉर एग्जांपल इट रिड्यूस फिजिकल एक्टिविटीज, ਇਹਦੇ ਨਾਲ ਫਿਜ਼ੀਕਲ ਐਕਟੀਵਿਟੀਜ਼ ਰਿਡਿਊਸ ਹੋ ਜਾਏਗੀ which can harms their health, ਜਿਹਦੇ ਨਾਲ ਉਹਨਾਂ ਦੀ ਹੈਲਥ ਹਾਰਮ ਹੋ ਸਕਦੀ ਹੈ, ਖਰਾਬ ਹੋ ਸਕਦੀ ਹੈ। ਐਂਡ ਲੀਡ ਟੂ ਵੇਰੀਅਸ ਪ੍ਰੋਬਲਮ, ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਸਚ ਐਸ ਓਬੈਸਿਟੀ ਔਰ ਸਟ੍ਰੈਸ, ਇਦਾਂ ਦੀਆਂ ਪ੍ਰੋਬਲਮ। ਦਸ ਇਸ ਕਰਕੇ इट हैज अ डिस्ट्रक्टिव इफेक्ट्स, ਇਹਦੇ ਕੀ 네ਗੇਟਿਵ ਇਫੈਕਟਸ ਹੈਗੇ। ਡਿਸਟਰਕਟਿਵ ਇਫੈਕਟਸ ਦਾ ਮਤਲਬ ਹੁੰਦਾ ਹੈ 네ਗੇਟਿਵ ਇਫੈਕਟਸ, ਠੀਕ ਹੈ ਜੀ। ਹੁਣ ਦੇਖੋ ਸੈਕਿੰਡ ਬੀਪੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰੀਕੇ ਨਾਲ ਆਪਾਂ ਸਟਰਕਚਰਾਈਜ਼ ਕੀਤਾ। ਇਹਦੇ ਚ ਵੀ ਦੇਖੋ ਆਪਾਂ ਬੱਚੇ ਕਨੈਕਟਰ ਲਾਇਆ ਫਰਦਰ ਮੋਰ, ਫਿਰ ਇੱਥੇ ਆਪਾਂ ਕਨੈਕਟਰ ਲਾਤਾ ਸੀ ਇਨ ਅਦਰ ਵਰਡਸ। ਹੁਣ ਮੈਨੂੰ ਲੱਗਦਾ ਆਪਾਂ ਪਹਿਲੇ ਚ ਵੀ ਇਨ ਅਦਰ ਵਰਡ ਲਾਇਆ ਸੀ, ਸੈਕਿੰਡ ਦੇ ਵਿੱਚ ਤੁਸੀਂ ਟੂ ਐਕਸਪਲੇਨ ਇਟ ਲਿਖ ਸਕਦੇ ਹੋ, ਠੀਕ ਹੈ। ਟੂ ਐਕਸਪਲੇਨ ਇਟ, ਠੀਕ ਹੈ, ਟੂ ਇਲੈਬੋਰੇਟ ਇਟ, ਇਦਾਂ ਦਾ ਕਨੈਕਟਰ ਲਾ ਸਕਦੇ ਹੋ। ਨੈਕਸਟ ਐਗਜ਼ਾਮਪਲ ਹੀ ਆਪਾਂ ਲਿਖਿਆ ਫॉर एग्जांपल्स, ਇੱਥੇ ਆਪਾਂ ਲਿਖਿਆ ਫॉर इंस्टेंस, ਉੱਥੇ ਆਪਾਂ देयरफॉर ਲਿਖਿਆ ਸੀ, ਐਗਜ਼ੈਕਟਲੀ ਲਿਖਤਾ ਦਸ, ਠੀਕ ਹੈ। ਹੁਣ ਤੁਹਾਨੂੰ ਦੱਸਦੇ ਆ ਆਪਾਂ ਕਿ ਕਿੱਦਾਂ ਆਪਾਂ ਜਿਹੜਾ ਕਨਕਲੂਜਨ ਆ ਉਹ ਲਿਖਣਾ ਹੈ, ਠੀਕ ਹੈ ਬੱਚੇ। देखो बच्चे ਹੁਣ ਆਪਾਂ ਕਰਦੇ ਹੈਗੇ ਆ ਕਨਕਲੂਜਨ। ਕਨਕਲੂਜਨ ਦੇਖੋ, ਇਨ ਕਨਕਲੂਜਨ ਸਟਾਰਟਿੰਗ ਆਪਾਂ ਕੀਤੀ, ਇਨ ਕਨਕਲੂਜਨ ਤੇ ਕਨੈਕਟਰ ਲਾਇਆ, ਆਪਾਂ ਕਿਹਾ although ਭਾਵੇਂ ਕਿ nowadays ਅੱਜ ਕੱਲ ਪੀਪਲ ਲਾਈਕ ਕਰਦੇ ਆ ਸਪੈਂਡ ਕਰਨਾ ਫ੍ਰੀ ਟਾਈਮ ਇਨ ਸ਼ਾਪਿੰਗ ਮਾਲ ਦੇ ਵਿੱਚ, although ਦੇ ਨਾਲ ਆਨਲਾਈਨ ਲਿਖਣੀ ਹੈ ਜਿਹਦੇ ਨਾਲ ਤੁਸੀਂ ਐਗਰੀ ਨਹੀਂ ਹੈਗੇ, ਠੀਕ ਹੈ ਜੀ। ਆਪਾਂ ਕਿਹਾ ਭਾਵੇਂ ਕਿ ਅੱਜ ਕੱਲ ਲੋਕ ਪਸੰਦ ਕਰਦੇ ਆ ਫ੍ਰੀ ਟਾਈਮ ਸਪੈਂਡ ਕਰਨਾ ਸ਼ਾਪਿੰਗ ਮਾਲ ਦੇ ਵਿੱਚ। ਹੁਣ ਆ ਭਾਵੇਂ ਦਾ ਮਤਲਬ ਹੈਗਾ ਹੈ ਬਟ, ਪਰ ਇੱਥੇ ਬਟ ਨਹੀਂ ਆਏਗਾ ਕਿਉਂਕਿ ਇਹ ਗ੍ਰਾਮੈਟਿਕਲੀ ਗਲਤ ਹੋ ਜਾਏਗਾ ਜੇ ਆਪਾਂ ਬਟ ਲਾਵਾਂਗੇ। ਜਾਂ ਤੇ ਇੱਥੇ ਯੈਟ ਆ ਸਕਦਾ ਹੈ, YET ਯੈਟ ਆ ਸਕਦਾ ਹੈ, ਜਾਂ ਫਿਰ ਇੱਥੇ ਕੀ ਆ ਸਕਦਾ ਹੈ, ਕੌਮਾ ਆ ਸਕਦਾ ਹੈ, ਦੋਵਾਂ ਚ ਕੋਈ ਇੱਕ ਚੀਜ਼ ਆ ਸਕਦੀ ਹੈ, ਠੀਕ ਹੈ। ਇਹਦਾ ਮਤਲਬ ਕੀ ਹੈ ਬਟ। ਆਈ ਬਲੀਵ ਦੈਟ, ਬਟ ਮੈਂ ਇਹ ਚੀਜ਼ ਬਲੀਵ ਕਰਦੀ ਹਾਂ ਕਿ ਦਿਸ ਇਜ਼ ਅ ਨੈਗੇਟਿਵ ਟ੍ਰੈਂਡ, ਵੀ ਇੱਕ ਨੈਗੇਟਿਵ ਟ੍ਰੈਂਡ ਹੈਗਾ। ਕਿਉਂ? ਐਜ਼ ਦਾ ਇੱਥੇ ਮਤਲਬ ਹੈਗਾ ਕਿਉਂਕਿ ਇਟ ਨॉट ਓਨਲੀ, ਮਤਲਬ ਨਾ ਸਿਰਫ ਲੀਡਸ ਟੂ ਓਵਰ ਸਪੈਂਡਿੰਗ, ਕਿਉਂਕਿ ਨਾ ਸਿਰਫ ਓਵਰ ਸਪੈਂਡਿੰਗ ਪੈਦਾ ਕਰਦਾ ਹੈ ਬਟ ਆਲਸੋ ਰਿਡਿਊਸ ਫਿਜ਼ੀਕਲ ਐਕਟੀਵਿਟੀਜ਼, ਸਗੋਂ ਇਹਦੇ ਨਾਲ ਫਿਜ਼ੀਕਲ ਐਕਟੀਵਿਟੀਜ਼ ਵੀ ਰਿਡਿਊਸ ਹੁੰਦੀ ਹੈ। ਜੋ BP 1 ਤੇ 2 ਦੇ ਵਿੱਚ ਲਿਖਿਆ ਨॉट ਓਨਲੀ ਬਟ ਆਲਸੋ ਪਾ ਕੇ ਆਪਾਂ ਉਹਨੂੰ ਲਿਖ ਦਿੱਤਾ। ਤੇ ਹੁਣ ਦੇਖੋ ਅੱਜ ਜਿੰਨੇ ਵੀ ਆ 4-5 ਲਾਈਨਾਂ ਦਾ ਆਪਾਂ ਕਨਕਲੂਜਨ ਲਿਖਿਆ, ਫੁੱਲ ਸਟਾਪ ਐਂਡ ਤੇ ਪਿਆ, ਸਾਰਾ ਕੰਪਲੈਕਸ ਆ। ਤੇ ਦੇਖੋ ਸਮਝ ਚ ਕਿੰਨਾ ਸਿੰਪਲ ਆ, ਠੀਕ ਹੈ ਜੀ। ਹੁਣ ਕਿੱਦਾਂ ਆਪਾਂ ਰਾਈਟਿੰਗ ਟਾਸਕ 2 ਨੂੰ ਲਿਖਣਾ ਹੈ, ਸਟਰਕਚਰ ਕਲੀਅਰ ਹੈ ਨਾ, ਠੀਕ ਹੈ ਜੀ। ਅਗਰ ਫਿਰ ਵੀ ਕਿਸੇ ਚੀਜ਼ 'ਚ ਪ੍ਰੋਬਲਮ ਹੋਈ ਤਾਂ ਮੈਨੂੰ ਪੁੱਛ ਲਿਓ ਬੱਚੇ। ਹੁਣ ਦੇਖੋ ਆਪਾਂ ਕਾਫੀ ਸਾਰੇ ਬੱਚੇ ਨੂੰ ਰਾਈਟਿੰਗ ਟਾਸਕ 1 ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਕਿ ਕਿੱਦਾਂ ਸਟਰਕਚਰ ਲਿਖਣੇ ਹੈ, ਕਿੱਦਾਂ ਨਹੀਂ ਲਿਖਣੇ। ਆਪਾਂ ਰਾਈਟਿੰਗ ਟਾਸਕ 1 ਦੇ ਵੀ ਵੀਡੀਓਜ਼ ਅਪਲੋਡਸ ਕਰਾਂਗੇ ਜਿਹਦੇ ਵਿੱਚ ਕੀ ਤੁਹਾਨੂੰ ਮੈਂ ਪ੍ਰੋਪਰ ਸਟਰਕਚਰ, ਗ੍ਰਾਮਰ ਰੂਲਸ ਸਾਰੇ ਸਮਝਾ ਦਾਂਗੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਜਦੋਂ ਆਪਾਂ ਰਾਈਟਿੰਗ ਟਾਸਕ 1 ਨੂੰ ਲਿਖਣਾ ਹੈ, ਕਿਉਂਕਿ ਉਹ ਜ਼ਿਆਦਾਤਰ ਗ੍ਰਾਮਰ ਤੇ ਡਿਪੈਂਡ ਕਰਦਾ ਹੈ। ਉਹਦੇ ਵਿੱਚ ਆਪਾਂ ਰੇਸ਼ੀਓਜ਼ ਵਗੈਰਾ ਲਿਖਣੀ ਹੁੰਦੇ, ਪਾਸਟ ਦਾ ਡਾਟਾ ਜਾਂ ਪ੍ਰੈਜ਼ੈਂਟ ਫਿਊਚਰ ਦਾ ਡਾਟਾ ਕੰਬਾਈਨ ਕੀਤਾ ਹੁੰਦਾ ਹੈ। ਸੋ ਇਹ ਵੀਡੀਓਜ਼ ਦੇ ਵਿੱਚ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਪੁੱਛ ਲਿਓ ਜੀ। ਬਾਕੀ ਹੋਰ ਵੀਡੀਓਜ਼ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਥੈਂਕ ਯੂ ਬੱਚੇ।